ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਕਿਰਪਾਲ ਸਿੰਘ ਜੀ ਸਟਾਰ ਟੀਵੀ ਤੋਂ। ਤੇ ਅੱਜ ਅਸੀਂ ਉਹ ਸਥਾਨ ਪਾਵਨ ਸਥਾਨ ਦੇ ਉੱਤੇ ਖੜੇ ਆ ਜਿੱਥੇ ਮਹਾਰਾਜ ਦਾ 4 ਵਾਰ ਆਉਣਾ ਹੋਇਆ ਔਰ ਪੰਜੇ ਪਾਤਸ਼ਾਹੀ ਹੋ ਰਹੀਆਂ। ਇਹ ਸਥਾਨ ਬਾਰੇ ਆਮ ਸਾਡੀ ਜਿਹੜੀ ਪਬਲਿਕ ਹੈ ਉਹਨੂੰ ਬਹੁਤ ਘੱਟ ਜਾਣੂ ਹੈ। ਤੇ ਅੱਜ ਅਸੀਂ ਇੱਕ ਪਹਿਲਾਂ ਵੀਡੀਓ 'ਚ ਵੀ ਦਿਖਾਇਆ ਸੀ ਔਰ ਕਿਵੇਂ ਜਿਹੜੇ ਮਹਾਰਾਜ ਦਾ ਜਿਹੜਾ ਉਹ ਕਮਰਾ ਵੀ ਦਿਖਾਇਆ ਸੀ ਜਿੱਥੇ ਉਹ ਮਹਾਰਾਜ ਆਰਾਮ ਫਰਮਾ ਰਹੇ ਸੀ। ਤੇ ਜਿਹੜੇ ਹੋਰ ਅੰਦਰ ਇੱਕ ਉਹ ਕਿਲ੍ਹਾ ਹੈ ਜਿੱਥੇ ਤੁਸੀਂ ਆਮ ਨੈੱਟਾਂ 'ਤੇ ਇਹਨਾਂ ਨੂੰ ਇਹਦੇ ਘੱਟ ਪ੍ਰਚਲਿਤ ਹੋਇਆ। ਅੱਜ ਸਾਡਾ ਉਹ ਮਕਸਦ ਇਹ ਸੀ ਵੀ ਜਿਹੜੇ ਆਉਣ ਵਾਲਾ ਜਿਹੜਾ ਉਰੇ 17, 18, 19 ਤਰੀਕ ਨੂੰ ਜਿਹੜੀ ਉਰੇ ਸਮਾਗਮ ਮਨਾਏ ਜਾ ਰਹੇ ਜਿਹੜੇ ਭੱਠਾ ਸਾਹਿਬ ਗੁਰਦੁਆਰੇ ਵਿੱਚ ਕੱਲ੍ਹ ਦਾ ਦਿਨ ਉਹ ਪਾਵਨ ਸਥਾਨ ਹੈ ਦਿਨ ਹੈ ਜਿਹੜਾ ਜਿੱਥੇ ਕਿ ਮਹਾਰਾਜ ਉਰੇ ਪਹੁੰਚੇ ਸੀ। ਤੇ ਸਾਡੇ ਵਿੱਚ ਬਾਬਾ ਜੀ ਮੌਜੂਦ ਹੈ। ਤੇ ਬਾਬਾ ਜੀ ਕੀ ਨਾਮ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਰਨੈਲ ਸਿੰਘ ਹੈ ਜੀ, ਮਗਰੋੜ ਤੋਂ ਹੈ, ਨਗਰ ਨਾਲ ਹੀ ਹੈ ਜੀ। ਤੇ ਇਸ ਸਥਾਨ ਦੀ ਮਹਿਮਾ ਆਪ ਜੀ ਇਸ ਸੰਗਤਾਂ ਵਾਸਤੇ ਪਹੁੰਚਾ ਫਿਰ ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਦਾ ਧੰਨਵਾਦ। ਆਪ ਜੀ ਦਾ ਧੰਨਵਾਦ, ਤੁਸੀਂ ਪਹਿਲਾਂ ਵੀ ਸੰਗਤਾਂ ਨੂੰ ਅਵੇਅਰ ਕੀਤਾ ਇਸ ਸੰਗਤ ਦੇ ਸਥਾਨ ਬਾਰੇ, ਸੰਗਤਾਂ ਨੂੰ ਜਾਣਕਾਰੀ ਦਿੱਤੀ ਹੈ ਜੀ, ਧੰਨਵਾਦ ਜੀ। ਤੇ ਦੂਸਰਾ, ਜਿੱਦਾਂ ਤੁਸੀਂ ਆਖਿਆ ਜੀ ਵੀ ਇਸ ਸਥਾਨ ਦੇ ਬਾਰੇ ਬਹੁਤ ਘੱਟ ਸੰਗਤਾਂ ਨੂੰ ਪਤਾ ਜੀ, ਇਹ ਬਿਲਕੁਲ ਸੱਚਾਈ ਹੈ ਜੀ। ਮੇਰੀ 52 ਸਾਲ ਚੱਲ ਰਿਹਾ ਜੀ। ਮੈਂ 6 ਮਹੀਨੇ ਪਹਿਲਾਂ ਇਸ ਸਥਾਨ ਦੇ ਦਰਸ਼ਨ ਕੀਤੇ। ਮੈਂ ਬੜਾ ਉਸ ਦਿਨ ਸਾਰੀ ਸੰਗਤਾਂ ਜਿਹੜੀਆਂ ਪਹੁੰਚੀਆਂ ਸੀ ਅੱਖਾਂ ਨਮ ਹੋਈਆਂ ਕਿ ਅਸੀਂ ਵਾਂਝੇ ਰਹੇ ਨੇ ਜਿੱਥੇ 5 ਗੁਰੂ ਸਾਹਿਬਾਨਾਂ ਦੇ ਚਰਨ ਛੋਹ ਪ੍ਰਾਪਤ ਹੋਵੇ, ਉਸ ਸਥਾਨ ਤੋਂ ਅਸੀਂ ਵਾਂਝੇ ਰਹੇ। ਤੇ ਅਸੀਂ ਇਸ ਸੰਗਤਾਂ ਆਉਣੀਆਂ ਨੇ ਜੋ ਸਭਾ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਭੱਠਾ ਸਾਹਿਬ ਪਹੁੰਚਣੀਆਂ ਨੇ ਸੰਗਤਾਂ। ਤੇ ਉਹਨਾਂ ਸੰਗਤਾਂ ਨੂੰ ਇਹ ਜਾਗਰੂਕ ਇਸ ਸਥਾਨ ਦੀ ਮਹਿਮਾ ਦੱਸਣ ਵਾਸਤੇ, ਇਸ ਸਥਾਨ ਦੇ ਦਰਸ਼ਨ ਕਰਾਉਣ ਵਾਸਤੇ ਅਸੀਂ 2-3 ਦਿਨ ਤੋਂ ਉਪਰਾਲੇ ਕਰ ਰਹੇ ਨੇ ਜੀ ਕਿ ਸੰਗਤਾਂ ਦਰਸ਼ਨ ਕਰਨ। ਜਿੱਥੇ ਐਕਚੁਅਲੀ ਹੈ, ਨੇਚਰਲੀ ਹੈ ਕਿ ਉਹ ਬਿਲਡਿੰਗ ਤਾਂ ਅਸੀਂ ਨਹੀਂ ਕਹਿ ਸਕਦੇ, ਉਹ ਜਗ੍ਹਾ ਆਪ ਜੀ ਵੇਖੋ, ਪਹਿਲਾਂ ਦਰਸ਼ਨ ਕੀਤੇ ਨੇ ਆਪ ਜੀ ਨੇ। ਤੇ ਉਹ ਸੇਮ ਦੀ ਸੇਮ ਜਿਹੜੀ ਸੰਗਤਾਂ ਸਵੇਰ ਦੀਆਂ ਆ ਰਹੀਆਂ, ਅੱਜ ਸੰਗਤਾਂ ਦਾ ਸਵੇਰੇ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ, ਇੰਨੀਆਂ ਸੰਗਤਾਂ ਕੋਈ ਉਬਾਲੇ ਤੋਂ ਕੋਈ ਕਿਤੇ ਵੀ ਆਉਂਦੀਆਂ। ਅਸੀਂ ਇਹ ਇਤਿਹਾਸ ਲਿਖ ਕੇ ਲਗਾਇਆ। ਉਹ ਆਪਣੇ ਆਪ ਸੰਗਤਾਂ ਇੱਥੇ ਪਹੁੰਚ ਕੇ ਦਰਸ਼ਨ ਕਰਕੇ ਉਹਨਾਂ ਨੂੰ ਇੱਕ ਸਕੂਨ ਮਿਲਦਾ ਕਿ ਅਸੀਂ ਉਸ ਸਥਾਨ ਦੇ ਜਾ ਸਕੇ ਜਿੱਥੇ ਚਰਨ ਛੋਹ ਪ੍ਰਾਪਤ ਹੈ। ਉਹ ਕੁਟੀਆ ਉਹ ਉੱਦਾਂ ਹੀ ਹੈ ਜਿੱਥੇ ਭਾਈ ਬਚਿੱਤਰ ਸਿੰਘ ਦੀ ਸੇਵਾ ਕੀਤੀ ਹੈ ਬੀਬੀ ਮੁਮਤਾਜ਼ ਜੀ ਨੇ। ਤੇ ਉਹ ਜਿਹੜੀ ਉੱਪਰ ਬਾਂਸਾਂ ਦੀ ਛੱਤ ਹੈ, ਉਹਦੇ ਹੇਠਾਂ ਬਾਲੇ ਹੈ, ਬਾਲੇ ਹੇਠ ਸਤੀਰ ਹੈ, ਉਹਦੇ ਉੱਤੇ ਚੁਬਾਰਾ, ਤੇ ਹੇਠਾਂ ਜਿਹੜਾ ਅੱਜ ਕੱਲ੍ਹ ਲੈਂਟਰ ਪਾਉਂਦੇ ਆ ਨਾ ਖਿੜਕੀਆਂ ਦੇ ਉੱਤੇ, ਦਰਵਾਜ਼ੇ ਦੇ ਉੱਤੇ। ਮੈਂ ਸੰਗਤਾਂ ਨੂੰ ਕਹਿੰਦਾ ਵੀ ਨਾ ਕੋਈ ਕਬਜ਼ਾ ਤੇ ਨਾ ਕੋਈ ਇਹਦੇ ਹੈਂਟਰ ਸਪੋਰਟ ਹੈ, ਵੀ ਉੱਤੇ ਚੁਬਾਰਾ। ਇਹ ਕਿਹੜੀ ਲੱਕੜ ਹੈ? ਤੇ ਜਿਹੜੀ ਲੱਕੜ ਇਹ ਖੜੀ ਹੈ ਇੰਨਾ ਵਜਨ ਚੁੱਕ ਕੇ 300-350 ਸਾਲ ਤਾਂ ਵੈਸੇ ਹੋ ਗਏ ਜੀ। ਉਸ ਤੋਂ ਪਹਿਲਾਂ ਕਦੋਂ ਇਹ ਕਿਲ੍ਹਾ ਬਣਾਇਆ ਹੋਵੇਗਾ ਨਿਹੰਗ ਖਾਂ ਨੇ? ਤੇ ਆਪਣੇ ਪੁੱਤਰ ਉਹ ਇੱਕ ਜਿੱਥੇ ਸੇਵਾ ਕੀਤੀ ਨਾ, ਮੱਲ੍ਹਮ ਪੱਟੀ ਕੀਤੀ ਹੈ, ਉਹੀ ਕਮਰਾ ਬਾਕੀ ਦੀਆਂ ਛੱਤਾਂ ਗਿਰ ਚੁੱਕੀਆਂ ਨੇ। ਉਹ ਅਸੀਂ ਤਾਂ ਨਹੀਂ ਉਹ ਦੇਖਣ ਨੂੰ ਬਦਲੀ ਕੀਤਾ ਤਾਂ ਕਿ ਸੰਗਤਾਂ ਸੰਖਮਰਮਰ ਸੋਨਾ ਹੀਰੇ ਜਵਾਹਰਾਤ ਨਾਲ ਮੜ ਦੋ ਦੀਵਾਰ ਨੂੰ। ਸੰਗਤ ਨੂੰ ਉਹੀ ਆਕਰਸ਼ਿਤ ਕਰਦੀ ਹੈ ਜਿਹੜੀ ਪੁਰਾਤਨ ਦਿੱਖ ਹੋਵੇ, ਜਿੱਥੇ ਛੋਹ ਪ੍ਰਾਪਤ ਹੋਵੇ। ਇਹ ਬੁਰਜ ਹੈ ਜੀ ਸਾਹਮਣੇ। ਤੁਸੀਂ ਸਾਰੀ ਸੰਗਤਾਂ ਨੂੰ ਇਹ ਮੇਰੀ ਬੇਨਤੀ ਹੈ ਜੀ, ਸਾਰੀ ਸੰਗਤਾਂ ਨੂੰ ਇਹ ਜ਼ਰੂਰ ਦਰਸ਼ਨ ਕਰਾਇਓ ਜੀ, ਤਾਂ ਕਿ ਕੱਲ੍ਹ ਵੱਧ ਤੋਂ ਵੱਧ ਸੰਗਤ ਆ ਕਰਕੇ ਲਾਹਾ ਪ੍ਰਾਪਤ ਹੋਵੇ, ਉਹਨਾਂ ਨੂੰ ਇੱਕ ਸਕੂਨ ਮਿਲੇ ਕਿ ਅਸੀਂ ਉਸ ਚਰਨ ਛੋਹ ਪ੍ਰਾਪਤ ਕੀ ਜਿੱਥੇ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸੀ ਇਹਨਾਂ ਦੀ ਤੁਸੀਂ ਸੇਵਾ ਕਰੋ। ਤੇ ਇਹ 85 ਪਿੰਡ ਸੀ ਨਿਹੰਗ ਖਾਂ ਦੇ ਪਾਸ। ਜਦੋਂ ਉਹਨਾਂ ਨੂੰ ਆਖਿਆ, ਇੱਕ ਕਾਫਰ ਕਹਿੰਦੇ ਸੀ ਨਾ ਕਲਗੀਧਰ ਪਾਤਸ਼ਾਹ ਨੂੰ ਵੀ ਕਾਫਰ ਦੇ ਨਾਲ ਰਿਸ਼ਤਾ ਜੋੜਦੇ ਆ ਤੇ ਇੱਕ ਸਿੱਖ ਦੇ ਨਾਲ ਮੁਸਲਮਾਨ ਹੋ ਕੇ, ਤੇ ਉਹਨਾਂ ਨੇ ਪਰਵਾਹ ਨਹੀਂ ਕੀਤੀ। 85 ਪਿੰਡਾਂ ਵਿੱਚੋਂ 80 ਪਿੰਡ ਖੋਹ ਲਏ ਨੇ ਨਿਹੰਗ ਖਾਂ ਦੇ ਕੋਲੋਂ, ਲੇਕਿਨ ਉਹਨਾਂ ਨੇ ਜਿਹੜੀ ਇਸ ਛਾਪ ਛੱਡੀ ਏ। ਆ ਪੜਪੋਤਰਾ ਹੈ ਜੀ ਨਿਹੰਗ ਖਾਂ ਦਾ, ਆਪ ਜੀ ਨੇ ਅੱਗੇ ਵੀ ਵੇਖਿਆ। ਉਹ 2014 ਦੇ ਵਿੱਚ ਆਇਆ ਸੀ ਇੱਥੇ, ਜਦੋਂ ਉਹਨੂੰ ਪਤਾ ਲੱਗਿਆ ਨਾ ਕਿ ਇਸ ਸਥਾਨ ਦੇ ਉੱਤੇ ਸਾਡੇ ਬਜ਼ੁਰਗਾਂ ਨੇ ਰਹਿ ਕੇ ਗਏ ਨੇ। ਤੇ ਜਦੋਂ ਹੁਣ ਆਜ਼ਾਦ ਹੋਈ ਹੈ ਇਹ ਸੰਗਤਾਂ ਦੇ ਦਰਸ਼ਨ ਵਾਸਤੇ ਕਵਾੜ ਦਵਾਰ ਖੁੱਲ੍ਹੇ ਨੇ, ਤੇ ਉਹਨੇ ਉੱਥੋਂ ਵੀਡੀਓ ਬਣਾ ਕੇ ਧੰਨਵਾਦ ਕੀਤਾ ਸੰਗਤਾਂ ਦਾ। ਤੇ ਉਹ ਕਹਿੰਦਾ ਸੀ ਮੈਂ ਵੀ ਇੱਥੇ ਆਵਾਂਗਾ ਵੀ ਜੇ ਸੰਗਤਾਂ ਰੌਣਕਾਂ ਲੱਗਦੀਆਂ ਸਾਡੇ ਬਜ਼ੁਰਗਾਂ ਦੇ ਸਥਾਨਾਂ ਨੂੰ, ਸੰਗਤਾਂ ਇਸ ਤਰ੍ਹਾਂ ਦੇਖਣ ਵਾਸਤੇ ਤਰਸ ਰਹੀਆਂ ਨੇ ਤੇ ਉਹਨਾਂ ਨੂੰ ਕਿੰਨਾ ਸਕੂਨ ਮਿਲਦਾ, ਤੇ ਜਿਹੜੇ ਦਰਸ਼ਨ ਕਰਦੇ ਨੇ ਤੇ ਉਹਨਾਂ ਨੂੰ ਕਿੰਨਾ ਸਕੂਨ ਮਿਲੇਗਾ। ਤੇ ਆਪ ਜੀ ਨੂੰ ਬੇਨਤੀ ਹੈ, ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ 3 ਦਿਨ ਤੋਂ ਸੰਗਤਾਂ ਦੇ ਵਾਸਤੇ, ਉਹ ਜ਼ਰੂਰ ਤਾਂ ਕਿ ਪੰਡਾਲ ਸਜੇ ਹੋਏ ਨੇ। ਠੀਕ ਹੈ। ਇਹਦੇ ਤੋਂ ਤੁਸੀਂ ਕੱਲ੍ਹ ਨੂੰ ਕੀ ਸਮਾਗਮ ਕਰ ਰਹੇ ਨੇ? ਕਿ ਕੱਲ੍ਹ ਸੁਣਨ ਵਿੱਚ ਆਇਆ ਹੈ ਕਿ ਕੱਲ੍ਹ ਦੇ ਦਿਨ ਹੀ ਗੁਰੂ ਮਹਾਰਾਜ ਉਰੇ ਪਹੁੰਚੇ ਸੀ, ਤੇ ਕੱਲ੍ਹ ਦੇ ਦਿਨ ਕੁਛ ਤੁਸੀਂ ਸਪੈਸ਼ਲ ਕੋਈ ਕੀਰਤਨ ਦਰਬਾਰ ਜਾਂ ਤੁਹਾਡੇ ਵੱਲੋਂ ਕੋਈ ਉਪਰਾਲਾ ਕੀਤਾ ਗਿਆ? ਹਾਂਜੀ, ਬੜਾ ਸੋਹਣਾ ਤੁਸੀਂ ਕੁਐਸਚਨ ਕੀਤਾ ਜੀ। ਸੰਗਤਾਂ ਨੂੰ
ਅੱਗੇ ਜਾਣਕਾਰੀ ਦੇਣ ਵਾਸਤੇ। ਕੱਲ੍ਹ ਨੂੰ 2 ਵਜੇ ਤੋਂ ਲੈ ਕਰਕੇ ਸ਼ਾਮ ਦੇ 8 ਵਜੇ ਤੱਕ ਸਮਾਗਮ ਹੈ, ਜਿਸ ਦੇ ਵਿੱਚ ਪਹਿਲਾਂ ਢਾਡੀ ਦਰਬਾਰ ਹੈ ਜੀ, ਫਿਰ ਕਵਿਸਰੀ ਹੈ ਜੀ, ਉਸ ਤੋਂ ਬਾਅਦ ਕਥਾ, ਰਹਿਰਾ ਸਾਹਿਬ ਦਾ ਜਾਪ, ਰਹਿਰਾ ਸਾਹਿਬ ਦੇ ਜਾਪ ਤੋਂ ਬਾਅਦ ਫਿਰ ਕਥਾ ਵਿਚਾਰ ਇਸ ਸਥਾਨ ਦੇ ਬਾਰੇ ਸੰਗਤਾਂ ਨੂੰ ਜਾਣਕਾਰੀ ਵਿਸਥਾਰ ਦੇ ਨਾਲ ਦਿੱਤੀ ਜਾਵੇਗੀ। ਇਹ ਕੱਲ੍ਹ ਦਾ 2 ਵਜੇ ਤੋਂ ਸਮਾਗਮ ਹੈ ਤੇ ਸੰਗਤਾਂ ਤੋਂ ਅੱਜ ਤੋਂ ਸਵੇਰੇ 6 ਵਜੇ ਤੋਂ ਆਰੰਭ ਹੋ ਗਿਆ ਸੀ ਆਉਣੀ। ਅਸੀਂ ਤਿਆਰੀ ਕਰਦੇ ਸੀ ਤੇ ਉਹ ਤੁਹਾਡੇ ਵਰਗੇ ਜਿਹੜੇ ਚੈਨਲ ਹੈ ਅੱਗੇ ਤੋਂ ਅੱਗੇ ਅਵੇਅਰ ਕਰਦੇ ਨੇ, ਉਹ ਸੁਣ ਕੇ ਤੇ ਉਹਨੂੰ ਵਿਚਾਰ ਕੇ ਵੀ ਅਸੀਂ ਉਸ ਸਥਾਨ ਤੇ ਜ਼ਰੂਰ ਪਹੁੰਚੀਏ। ਬਿਲਡਿੰਗਾਂ ਨੂੰ ਜਿੰਨੀਆਂ ਮਰਜ਼ੀ ਅਸੀਂ ਪੁਰਾਣੀ ਛੋਹ ਦਿੱਖ ਦੇ ਦਈਏ, ਲੇਕਿਨ ਜਿਹੜੀ ਨੈਚੁਰਲੀ ਹੁੰਦੀ ਹੈ ਨਾ, ਉਹ ਪ੍ਰਭਾਵਿਤ ਕਰਦੀ ਹੈ। ਉਹ ਇੱਕ ਜਦੋਂ ਦਰਸ਼ਨ ਹੋਵੇ ਨੇ ਤੇ ਅੰਦਰ ਤੱਕ ਸਕੂਨ ਮਿਲਦਾ ਕਿ ਇੱਥੇ ਚਰਨ ਛੋਹ ਪ੍ਰਾਪਤ ਹੈ 5 ਗੁਰੂ ਸਾਹਿਬਾਨਾਂ ਦੀ, ਤੇ ਅਸੀਂ ਵਾਂਝੇ ਰਹਿ ਗਏ ਨੇ। ਕਿਉਂਕਿ ਜਿੱਥੇ ਕੰਘਾ ਕੀਤਾ ਕੰਘਾ ਸਾਹਿਬ, ਦਾਤਣ ਕੀਤੀ ਦਾਤਣ ਸਾਹਿਬ, ਜਿੱਥੇ ਚਰਨ ਛੋਹ ਜਿੱਥੇ ਜਾਏ ਬਹੇ ਮੇਰੇ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਇਹ ਥਾਨ ਸੋਹਣਾ ਹੈ, ਸਕੂਨ ਮਿਲਦਾ। ਅੱਜ ਮੈਂ ਬੇਨਤੀ ਕਰ ਰਿਹਾ, ਚਲੋ ਦੱਸਣ ਵਾਲੀ ਗੱਲ ਨਹੀਂ, ਤੇ ਮੈਂ ਸ਼ਾਮ ਨੂੰ ਪ੍ਰਸ਼ਾਦੇ 3-4 ਵਜੇ ਛਕੇ। ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਿਆ ਸਵੇਰ ਦਾ ਪ੍ਰਸ਼ਾਦਾ ਛਕਿਆ, ਮੈਂ ਰਾਤ ਦਾ ਛਕਿਆ। ਕਹਿਣ ਦਾ ਮਤਲਬ ਇੱਕ ਇੰਨੀ ਖੁਸ਼ੀ ਪ੍ਰਾਪਤ ਹੁੰਦੀ। ਮੇਰੀ ਸਿਸਟਰ ਕਹਿੰਦੀ ਅਸੀਂ ਤਾਂ ਭੱਠਾ ਸਾਹਿਬ ਜਾਂਦੇ ਆ, ਤੇ ਮੈਂ ਕਿਹਾ ਭੱਠਾ ਸਾਹਿਬ ਜਾਂਦੇ ਆ ਨਾ, ਤੇ ਕਲਗੀਧਰ ਪਾਤਸ਼ਾਹ ਦੇ ਘੋੜੇ ਦੇ ਚਰਨ ਪਏ ਸੀ, ਤੇ ਜਦੋਂ ਭੱਠਾ ਠੰਡਾ ਹੋ ਗਿਆ, ਨਿਹੰਗ ਖਾਨ ਦਾ ਉਹ ਭੱਠਾ ਸੀ, ਇਹਨੇ ਸਾਰੀ ਉਮਰ ਉਹ ਭੱਠਾ ਨਹੀਂ ਚਲਾਇਆ। ਉੱਥੇ ਜਾ ਕੇ ਸਾਨੂੰ ਸਕੂਨ ਮਿਲਦਾ। ਪੌੜ ਸਾਹਿਬ ਅਸੀਂ ਜਾਂਦੇ ਹਾਂ, ਦਰਸ਼ਨ ਕਰਦੇ ਹਾਂ, ਸੰਗਤ ਕਰਦੇ ਹਾਂ, ਸਕੂਨ ਮਿਲਦਾ, ਕਿਉਂਕਿ ਘੋੜੇ ਦੇ ਚਰਨ ਪਏ ਨੇ, ਪੌੜ ਉੱਦਾਂ ਵੀ ਨਿਸ਼ਾਨ ਨੇ। ਤੇ ਜਿੱਥੇ ਜਿਹਦੀ ਹਵੇਲੀ ਹੈ, ਜਿਹਨੇ ਮੁੜ ਕੇ ਭੱਠਾ ਨਹੀਂ ਚਲਾਇਆ, ਤੇ ਜਿਹਨੇ ਆਪਣੀ ਧੀ ਕਹਿ ਦਿੱਤਾ ਵੀ ਇਹ ਠੀਕ ਹੈ, ਤੂੰ ਆਪਣੇ ਮੇਰੀ ਧੀ ਤੇ ਜਵਾਈ ਆਰਾਮ ਕਰ ਰਹੇ ਨੇ, ਇਸ ਕਮਰੇ ਦੀ ਤੁਸੀਂ ਤਲਾਸ਼ੀ ਨਹੀਂ ਲੈ ਸਕਦੇ। ਉਹ ਕਮਰਾ, ਉਸ ਕਮਰੇ ਦੀ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ। ਜਦੋਂ ਉਸ ਕਮਰੇ ਦੇ ਵਿੱਚ ਜਾਂਦੇ ਆ ਨਾ, ਸਕੂਨ ਮਿਲਦਾ। ਤੇ ਜਦੋਂ ਅਸੀਂ ਪਹਿਲਾਂ ਵੀ ਆਏ ਨਾ ਫਸਟ ਵਾਰੀ, ਤੇ ਪਿੱਛੋਂ ਅਸੀਂ ਦਰਸ਼ਨ ਕੀਤੇ, ਇਹ ਕਵਾੜ ਲੌਕ ਲੱਗਿਆ ਹੋਇਆ ਸੀ, ਤੇ ਇੱਕ ਬੀਬੀ ਸੀ ਪਿੱਛੇ, ਉਹ ਅੱਜ ਆਈ ਹੈ, ਤੇ ਉਹ ਆਪਣੇ ਪੁੱਤਰ ਨੂੰ ਵੀ ਲੈ ਕੇ ਆਈ। ਕਹਿੰਦੇ ਠੀਕ ਹੋ ਗਿਆ ਮੇਰਾ ਪੁੱਤਰ, ਇੱਥੇ ਬਿਮਾਰ ਸੀ, ਥੋੜਾ ਠੀਕ ਹੋ ਗਿਆ। ਉਹਦੇ ਜਦੋਂ ਮੈਂ ਘਰ ਅਸੀਂ ਜੇ ਨਾ ਛੱਤ ਦੀ ਉੱਤੋਂ, ਉਹ ਕਹਿੰਦੇ ਤੁਸੀਂ ਇੱਥੇ ਨਾ ਆਇਆ ਕਰੋ। ਤੇ ਅਸੀਂ ਕਿਹਾ ਵੀ ਕੀ ਗੱਲ ਹੋ ਗਈ? ਵੀ ਕਹਿੰਦੇ ਵੀ ਲੋਕ ਸਾਨੂੰ ਐਂ ਕਹਿੰਦੇ ਵੀ ਇਹ ਸ਼ਾਇਦ ਪੈਸੇ ਲੈ ਕਰਕੇ ਇਹਨਾਂ ਨੂੰ ਬੁਲਾਉਂਦੇ ਆ ਆਪ, ਵੀ ਤੁਸੀਂ ਤੇ ਆਉਂਦੇ ਆ, ਚਲੋ ਤੁਹਾਨੂੰ ਇਹ ਆ ਵੀ ਹਵੇਲੀ ਦੇ ਦਰਸ਼ਨ ਕਰੀਏ ਜਿੱਥੇ ਕਲਗੀਧਰ ਪਾਤਸ਼ਾਹ ਜੀ ਆਏ ਨੇ। ਕਹਿਣ ਦਾ ਮਤਲਬ ਜਿਹੜੇ ਸਾਡੇ ਇਹ ਭਾਈ ਸਾਹਿਬ ਭੁਪਿੰਦਰ ਸਿੰਘ ਜੀ ਆ ਜੀ, ਇਹਦੀ ਵੱਡੀ ਬੁਰਜ ਦੇ ਅੱਗੇ ਪੈ ਗਏ ਜੀ, ਵੀ ਪਹਿਲਾਂ ਮੈਨੂੰ ਢਾਹ ਦਿਓ, ਫਿਰ ਬੁਰਜ ਢਾਹ ਦਿਓ। ਤੇ ਇਹ ਬੁਰਜ ਜਿਹੜਾ ਪੁਰਾਣਾ ਦੇਖਿਆ ਤੁਸੀਂ, ਦੇਖਿਓ ਫੁੱਲ ਬੇਟੀਆਂ ਉੱਦਾਂ ਹੀ ਕਿੰਨੀ ਮਿਹਨਤ ਦੇ ਨਾਲ ਬਣਾਏ ਹੋਏ ਨੇ ਜੀ। ਤੇ ਇਹ ਸਾਨੂੰ ਇੱਕ ਸੁਭਾਗ ਸਮਾਂ ਪ੍ਰਾਪਤ ਹੋਇਆ, ਜਿਹੜਾ ਅਸੀਂ ਸੰਗਤ ਦੀ ਸੇਵਾ ਕਰਕੇ ਇਹ ਗੁਰੂ ਪਾਤਸ਼ਾਹ ਦੇ ਆਸ਼ੀਰਵਾਦ ਲੈ ਰਹੇ ਨੇ। ਤੇ ਤੁਹਾਡੇ ਨਾਲ ਤੁਸੀਂ ਕਿੱਥੋਂ ਚੱਲ ਕੇ ਆਇਓ, ਕਾਹਤੇ ਆਇਓ? ਵੀ ਜਿਹੜੀਆਂ ਪੁਰਾਤਨ ਅਸਥਾਨ ਹੈ ਜਿੱਥੇ ਸ਼ੋਅ ਪ੍ਰਾਪਤ ਚਰਨਾਂ ਦੀ, ਉਹ ਸੰਗਤਾਂ ਤੱਕ ਤੇ ਜਾਗਰੂਕ ਸੰਗਤਾਂ ਹੋਣ, ਤੇ ਉਹ ਆ ਕੇ ਤੇ ਦਰਸ਼ਨ ਕਰਨ ਵਾਸਤੇ ਇੱਕ ਤਾਂਘ ਰੱਖਣ। ਤੇ ਜੇ 100 ਨੇ ਵੀਡੀਓ ਵੇਖ ਲਈ ਆਪ ਜੀ ਦਾ ਇਹ ਜਿਹੜਾ ਆਉਣ ਦਾ ਉਪਰਾਲਾ ਏ, ਤੇ ਉਹਦੇ ਵਿੱਚੋਂ ਜੇ 10 ਵੀ ਆ ਗਏ ਨਾ, ਜੇ ਉਹਨਾਂ ਨੂੰ ਪ੍ਰਾਪਤ ਹੋਣਾ, ਤੇ ਤੁਹਾਨੂੰ ਵੀ ਜ਼ਰੂਰ ਇਸ ਦੀ ਆਸ਼ੀਰਵਾਦ ਮਿਲੇਗੀ ਕਿ ਇਹਨਾਂ ਦੀ ਵਜ੍ਹਾ ਦੇ ਨਾਲ ਸਾਨੂੰ ਇਹ ਦਰਸ਼ਨ ਹੋ ਸਕੇ ਨੇ। ਤੇ ਸਾਨੂੰ ਬੜੀ ਖੁਸ਼ੀ ਹੋਈ ਹੈ, ਤੁਹਾਡੇ ਵਰਗੇ ਜਿਹੜੇ ਗੁਰਸਿੱਖ ਹੈ ਇੱਦਾਂ ਦੇ ਇਤਿਹਾਸਿਕ ਅਸਥਾਨਾਂ ਦੀ ਖੋਜ ਕਰਕੇ ਸੰਗਤਾਂ ਤੱਕ ਪਹੁੰਚਾਉਂਦੇ ਨੇ। ਤੇ ਸਤਿਗੁਰੂ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੂੰ ਤੇ ਆਪ ਜੀ ਦੇ ਚੈਨਲ ਨੂੰ, ਤੇਰੀ ਇਹ ਸੰਗਤਾਂ ਵੇਖਣ, ਉਹ ਜ਼ਰੂਰ ਸਾਨੂੰ ਆ ਕੇ ਦਰਸ਼ਨ ਦੇਣ, ਤਾਂ ਕਿ ਸਾਨੂੰ ਇਸ ਗੁਰੂ ਪਾਤਸ਼ਾਹ ਦੀ ਥਾਪੜਾ ਇੱਦਾਂ ਹੀ ਮਿਲਦਾ ਰਹੇ, ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਵੇ ਜੀ। ਤੇ ਭੁਪਿੰਦਰ ਸਿੰਘ ਜੀ, ਬਾਬਾ ਜੀ ਨੇ ਹੁਣ ਇੱਕ ਗੱਲ ਕਹੀ ਹੈ ਕਿ ਤੁਸੀਂ ਉਹ ਜਿਹੜਾ ਬੁਰਜ ਹੈ, ਤੁਸੀਂ ਇਹ ਕਿਹਾ ਸੀ ਵੀ ਪਹਿਲਾਂ ਮੈਨੂੰ ਮਤਲਬ ਸਾਈਡ ਤੇ ਕਰੋ ਤਾਂ ਤੁਸੀਂ ਉੱਤੇ ਪਹੁੰਚ ਸਕਦੇ ਆ। ਤੇ ਕਾਫੀ ਪਤਾ ਵੀ ਲੱਗਾ ਵੀ ਤੁਸੀਂ ਕਾਫੀ ਇਹ ਜਿਹੜਾ ਜੱਦੋ ਜਹਿਦ ਦੇ ਨਾਲ ਇਹ ਜਿਹੜਾ ਤਾਲਾ ਖੁਲਵਾਇਆ ਗਿਆ ਸੰਗਤਾਂ ਨੂੰ ਹੁਣ ਨਸਮਸਤਕ ਹੋਣ ਵਾਸਤੇ। ਅਸੀਂ ਸਪੈਸ਼ਲ ਦੁਬਾਰੇ ਫਿਰ ਹੱਥ ਜੋੜ ਕੇ ਬੇਨਤੀ ਕਰ ਦਾਂਗੇ, ਜਿੱਥੇ ਤੁਸੀਂ 17, 18, 19 ਤਰੀਕ ਨੂੰ ਭੱਠਾ ਸਾਹਿਬ ਦੇ ਵਿੱਚ ਪਹੁੰਚਦੇ ਆ ਸਾਰੀ ਸੰਗਤ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਸਟਾਰ ਟੀਵੀ ਵੱਲੋਂ ਵੀ ਔਰ ਪੂਰੀ ਇਹਨਾਂ ਦੇ ਮੈਨੇਜਮੈਂਟ ਵੱਲੋਂ ਵੀ, ਬਾਬਾ ਜੀ ਵੱਲੋਂ ਵੀ ਤੁਸੀਂ ਜਿੱਥੇ ਉਸ ਸਥਾਨ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਆ, ਉਰੇ ਵੀ ਜ਼ਰੂਰ ਪਹੁੰਚੋ। ਤੇ ਬਾਬਾ ਜੀ ਤੁਹਾਡਾ ਕੀ ਕਹਿਣਾ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦਾ ਇਹ ਵਡਮੁੱਲਾ ਸਰਮਾਇਆ ਹੈਗਾ ਏ, ਜਿਹੜਾ ਕਿ ਅੱਜ ਇਹ ਅਣਗੌਰਿਆ ਹੋਇਆ ਹੈਗਾ ਏ ਸਿੱਖ ਇਤਿਹਾਸ ਦੇ ਵਿੱਚ। ਤੁਸੀਂ ਕਿਹਾ ਕਿ ਜੋ ਬੁਰਜ ਹੈਗਾ ਉਸ ਨੂੰ ਰੁਕਵਾਇਆ ਹੈਗਾ ਮਸ਼ੀਨਾਂ ਦੇ ਮੂਹਰੇ ਖੜ ਕੇ। ਅਸੀਂ ਨਿਹੰਗ ਖਾਨ ਦੀਆਂ ਜੋ ਕਬਰਾਂ ਹੈਗਾ, ਗੀਠਾ ਹੈਗਾ ਏ, ਉਹਨੂੰ ਵੀ ਅਸੀਂ ਮਸ਼ੀਨਾਂ ਦੇ ਮੂਹਰੇ ਖੜ ਕੇ ਬਚਾਇਆ ਹੈਗਾ ਏ। ਦੇਖੋ ਗੁਰੂ ਸਾਹਿਬ ਨੇ ਭੱਠਾ ਠੰਡਾ ਕਰਤਾ, ਨਿਹੰਗ ਖਾਨ ਨੇ ਭੱਠਾ ਨਹੀਂ ਚਲਾਇਆ, ਉਹ ਵੀ ਸਿੱਖ ਕੌਮ ਦਾ ਹੋ ਗਿਆ। ਗੁਰੂ ਸਾਹਿਬ ਸ਼ਾਸਤਰ ਨਿਹੰਗ ਖਾਨ ਨੂੰ ਜਾਣ ਲੱਗੇ ਦੇ ਗਏ, ਉਹ ਸ਼ਾਸਤਰ ਛੱਡ ਕੇ ਉਹ ਵੀ ਸਿੱਖ ਕੌਮ ਦੇ ਹੋ ਗਏ। ਤੇ ਅੱਜ ਨਿਹੰਗ ਖਾਨ ਦੀ ਹਵੇਲੀ ਵੀ ਸਿੱਖ ਕੌਮ ਦੀ ਹੋ ਗਈ। ਲੇਕਿਨ ਸਿੱਖ ਨਿਹੰਗ ਖਾਨ ਬਗਾਨਾ ਹੋ ਗਿਆ। ਅੱਜ ਉਹਦੀ ਕਬਰ, ਉਸ ਦੀ ਮਜ਼ਾਰ ਅੱਜ ਉਸ ਦੀ ਰੁਲ ਰਹੀ ਆ, ਟੁੱਟ ਰਹੀ ਆ। ਭੂ ਮਾਫੀਆ ਉਸ 'ਤੇ ਕਬਜ਼ਾ ਕਰ ਰਿਹਾ ਹੈਗਾ ਏ।
ਉਸ ਨੂੰ ਵੀ ਸੰਭਾਲਣ ਦੀ ਲੋੜ ਹੈਗੀ ਆ। ਉਹ ਜੋ ਨਿਹੰਗ ਖਾਨ ਦੀਆਂ ਕਬਰਾਂ ਹੈਗੀਆਂ, ਅਸੀਂ ਬਹੁਤ ਹੀ ਜਥੇਬੰਦੀ ਵੱਲ ਤੇ ਪੰਜਾਬ ਸਟੂਡੈਂਟ ਯੂਨੀਅਨ ਵੱਲ ਤੇ ਕਿਰਤੀ ਕਿਸਾਨ ਮੋਰਚੇ ਵੱਲ ਤੇ ਸਾਰੇ ਇਲਾਕੇ ਦੇ ਸੰਯੋਗ ਦੇ ਨਾਲ ਅਸੀਂ ਉਹ ਕਬਰ ਦੀ ਬਾਉਂਡਰੀ ਕਰਾਵਾਂਗੇ ਤੇ ਉੱਥੇ ਵੀ ਨਿਹੰਗ ਖਾਨ ਦੀ ਯਾਦਗਾਰ ਰੱਖਾਂਗੇ। ਤੇ ਜੋ ਗੁਰਦੁਆਰਾ ਭੱਠਾ ਸਾਹਿਬ ਹੈਗਾ ਏ, ਇੱਥੇ ਤੇ ਕੁਛ ਹੀ ਮੀਟਰ ਦੂਰ ਹੈਗਾ ਏ, ਤੇ ਸਿੱਖ ਸੰਗਤਾਂ ਨੂੰ ਉਸ ਦੇ ਬਾਰੇ ਗਿਆਨ ਹੈਗਾ ਕਿ ਗੁਰੂ ਸਾਹਿਬ ਨੇ ਉੱਥੇ ਆ ਕੇ ਭੱਠਾ ਠੰਡਾ ਕੀਤਾ ਹੈ। ਇਹ ਨਹੀਂ ਪਤਾ ਵੀ ਉਰੇ ਉਹ 4 ਵਾਰ ਚੁੱਕੇ ਨੇ, ਉੱਥੇ 1 ਵਾਰ ਆਏ, ਉਰੇ 4 ਵਾਰ, ਮਤਲਬ ਇਹ ਸਥਾਨ ਉਹਦੇ ਨਾਲੋਂ ਪਾਵਨ ਲੱਗਦਾ। ਹਾਂਜੀ ਦੇਖੋ, ਜਦੋਂ ਗੁਰੂ ਸਾਹਿਬ ਆਖਰੀ ਵਾਰ ਆਪਣਾ ਕਿਲਾ ਛੱਡ ਕੇ ਸਰਸਾ ਨਦੀ ਪਾਰ ਕਰਕੇ ਜਿੱਧਰ ਜਿੱਧਰ ਗਏ ਆ, ਉਸੇ ਥਾਂ ਸਭਾ ਭਰਦੀ ਜਾ ਰਹੀ ਆ। ਤੇ ਇੱਕ ਕੋਟਲਾ ਨਿਹੰਗ ਖਾਨ ਦਾ ਸਥਾਨ ਹੈਗਾ ਹੈ, ਜਿੱਥੇ ਕਿ ਕਿਸੇ ਨੂੰ ਪਤਾ ਨਹੀਂ ਹੈਗਾ ਵੀ ਗੁਰੂ ਸਾਹਿਬ ਇੱਥੇ ਆਖਰੀ ਵਾਰ ਆਏ ਸੀਗੇ। ਆਪਣੇ ਸਿੰਘਾਂ ਸਮੇਤ, ਆਪਣੇ ਸਾਹਿਬਜ਼ਾਦੇ ਅਜੀਤ ਸਿੰਘ ਜੁਝਾਰ ਸਿੰਘ ਸਮੇਤ ਇਸ ਹਵੇਲੀ 'ਚ ਆਏ ਸੀਗੇ। ਇਸ ਹਵੇਲੀ ਨੂੰ ਘੇਰਾ ਪਿਆ। ਅੰਦਰ ਤੁਸੀਂ ਦੇਖ ਰਹੇ ਤੇ ਜਿੱਥੇ 47 ਤੋਂ ਪਹਿਲਾਂ ਗੁਰਦੁਆਰਾ ਕੋਟੀ ਸਾਹਿਬ ਸੀਗਾ, ਉੱਥੇ ਗੁਰੂ ਸਾਹਿਬ ਤੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਬਾਬਾ ਬਚਿੱਤਰ ਸਿੰਘ ਉਸੇ ਕਮਰੇ ਸੀਗੇ ਜਦੋਂ ਘੇਰਾ ਕੇ ਪਿਆ, ਜਦੋਂ ਕਿਹਾ ਤੇ ਮੇਰੇ ਧੀ ਤੇ ਦਮਾਤ ਅੰਦਰ ਆਰਾਮ ਕਰਦੇ ਆ। ਉਸੇ ਕਮਰੇ ਦੇ ਵਿੱਚ ਤੂੜੀਆਂ ਭਰੀਆਂ ਗਈਆਂ, ਉਹ ਜਗ੍ਹਾ ਦੀ ਬੇਅਦਬੀ ਕੀਤੀ ਗਈ। ਵੈਸੇ ਕਿਹਾ ਤਾਂ ਉਹਨੇ ਵੀ ਆਪਣੇ ਆਪ ਨੂੰ ਬਚਿੱਤਰ ਸਿੰਘ ਆ, ਜੋ ਪਾਕਿਸਤਾਨ ਤੇ ਆਇਆ ਤਾ। ਸਾਡੇ ਸ਼ਹੀਦਾਂ ਦੇ ਨਾਂ ਪਰ ਨਾਂ ਰੱਖਿਆ, ਸ਼ਹੀਦ ਬਚਿੱਤਰ ਸਿੰਘ ਦੇ ਨਾਂ ਪਰ ਨਾਂ ਰੱਖਿਆ ਹੈ, ਉਹਦਾ ਵੀ ਨਾਂ ਬਚਿੱਤਰ ਸਿੰਘ ਸੀਗਾ। ਪਰ ਲੇਕਿਨ ਉਹਨੂੰ ਮੈਂ ਬੁੱਚੜ ਕਹੂੰਗਾ। ਬੁੱਚੜ ਕਿਸਮ ਦਾ ਬੰਦਾ ਸੀਗਾ, ਸੋਚ ਦਾ ਬੰਦਾ ਸੀਗਾ, ਜਿਹਨੇ ਸਾਡੀਆਂ ਗੁਰੂ ਧਰਮਾਂ ਤੇ, ਸਾਡੀਆਂ ਯਾਦਗਾਰਾਂ ਤੇ, ਸਾਡੀਆਂ ਗੁਰੂ ਵਿਰਾਸਤਾਂ ਤੇ ਜਿਹਨੇ ਕਬਜ਼ੇ ਕਰਕੇ ਅੱਜ ਖੇਰੂ ਕਰ ਦਿੱਤਾ। ਬਹੁਤ ਬੜਾ ਕਿਲਾ ਸੀਗਾ, ਬਹੁਤ ਹੀ ਪਰਿਵਾਰਾਂ ਨੂੰ ਜਗ੍ਹਾ ਵੇਚ ਦਿੱਤੀ ਤੇ ਇਹ ਅੱਜ ਜਗ੍ਹਾ ਖੰਡਰ ਦਾ ਰੂਪ ਧਾਰ ਚੁੱਕੀ ਆ, ਵਿੱਚ ਦਰਾਰਾਂ ਆ ਚੁੱਕੀਆਂ। ਇਸ ਨੂੰ ਅੱਜ ਸਾਂਭਣ ਦੀ ਲੋੜ ਹੈਗੀ ਆ। ਮੈਂ ਸਾਰੀਆਂ ਇਲਾਕੇ ਦੀਆਂ ਸੰਗਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹੈਗਾ, ਗੁਰਦੁਆਰਾ ਭੱਠਾ ਸਾਹਿਬ ਦੇ ਨੇੜੇ ਜੋ ਕੋਟਲਾ ਨਿਹੰਗ ਖਾਨ ਦੀ ਇਤਿਹਾਸਕ ਹਵੇਲੀ ਆ, ਤੇ ਬਾਬਾ ਬਚਿੱਤਰ ਸਿੰਘ ਦੇ ਗੁਰਦੁਆਰੇ ਦੇ ਬਿਲਕੁਲ ਖੱਬੇ ਪਾਸੇ ਜੋ ਨਿਹੰਗ ਖਾਨ ਦੀ ਵਿਰਾਸਤ ਹੈਗੀ ਆ, ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਵੇ। ਉਹਦੀ ਬਿਲਕੁਲ ਪੁਰਾਤਨ ਤਰੀਕੇ ਦੇ ਨਾਲ ਉਹਦੀ ਰਿਪੇਅਰ ਹੋਣੀ ਚਾਹੀਦੀ ਆ, ਉਸ ਤਰ੍ਹਾਂ ਹੀ ਮੁਰੰਮਤ ਹੋਣੀ ਚਾਹੀਦੀ ਆ, ਤੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਵਿਰਾਸਤਾਂ, ਸਾਡੀਆਂ ਜੋ ਪੀੜ੍ਹੀਆਂ ਹੈਗੀਆਂ, ਉਹਨਾਂ ਨੂੰ ਪਤਾ ਲੱਗੇ ਵੀ ਪੁਰਾਣੀਆਂ ਵਿਰਾਸਤਾਂ ਕਿਸ ਤਰ੍ਹਾਂ ਹੁੰਦੀਆਂ ਸੀਗੀਆਂ, ਤਾਂ ਕਿ ਜੋ ਇਤਿਹਾਸ ਹੈਗਾ ਕੋਟਲਾ ਨਿਹੰਗ ਦਾ, ਇਹ ਕਿਤਾਬਾਂ ਦੇ ਵਿੱਚ ਜਿੱਦਾਂ ਦਬ ਕੇ ਰਹਿ ਜਾਵੇ, ਸਾਨੂੰ ਜ਼ਮੀਨ ਦੇ ਉੱਪਰ ਦੇਖਣ ਵਾਸਤੇ ਮਿਲੇ ਸਾਨੂੰ ਇਤਿਹਾਸ। ਹਾਂਜੀ, ਮੈਂ ਇਹੀ ਸੰਗਤਾਂ ਨੂੰ ਬੇਨਤੀ ਕਰਦਾ ਹੈਗਾ ਜਦੋਂ ਵੀ ਗੁਰਦੁਆਰਾ ਭੱਠਾ ਸਾਹਿਬ ਜਾਂ ਆਨੰਦਪੁਰ ਸਾਹਿਬ ਜਾਓਗੇ ਤਾਂ ਕੋਟਲਾ ਨਿਹੰਗ ਖਾਨ ਦੀ ਹਵੇਲੀ ਦੇ ਵਿੱਚ ਇੱਥੇ ਆ ਕੇ ਜ਼ਰੂਰ ਆਓ। ਉੱਥੇ ਜੀ ਧੰਨਵਾਦ ਜੀ। ਅਸੀਂ ਭੁਪਿੰਦਰ ਸਿੰਘ ਜੀ, ਜਿਨ੍ਹਾਂ ਨੇ ਕਾਫੀ ਜਦੋਜਹਿਦ ਦੇ ਨਾਲ ਇਸ ਸਥਾਨ ਦੇ ਬਹੁਤ ਇਹਨਾਂ ਦਾ ਸਹਿਯੋਗ ਰਿਹਾ। ਅਸੀਂ ਦੁਬਾਰੇ ਫਿਰ ਹੱਥ ਜੋੜ ਕੇ ਬੇਨਤੀ ਕਰਾਂਗੇ ਵੀ ਜਿੱਥੇ ਤੁਸੀਂ 17, 18, 19 ਤਰੀਕ ਨੂੰ ਭੱਠਾ ਸਾਹਿਬ ਦੇ ਵਿੱਚ ਪਹੁੰਚੇ ਆ, ਇਹ ਉਹ ਸਥਾਨ ਹੈ। ਸਾਡੇ ਪਿੱਛੇ ਤੁਸੀਂ ਬੋਰਡ ਦੇਖ ਰਹੇ ਹੋਵੇ, ਤੁਸੀਂ ਉਰੇ ਪਹੁੰਚੋ, ਇਹ ਉਹੀ ਸਥਾਨ ਹੈ। ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਅੰਦਰ ਦੇ ਕਲਿੱਪ ਦਿਖਾਵਾਂਗੇ, ਉਹ ਕਮਰਾ ਵੀ ਦਿਖਾਵਾਂਗੇ ਜਿੱਥੇ ਉਹਨਾਂ ਦੀ ਮੱਲਮ ਪੱਟੀ ਆ ਮਾਤਾ ਮੁਮਤਾਜ਼ ਕੌਰ ਜੀ ਵੱਲੋਂ, ਔਰ ਗੁਰੂ ਗੋਬਿੰਦ ਸਿੰਘ ਜੀ ਉਰੇ 4 ਵਾਰ ਆ ਚੁੱਕੇ ਹਨ। ਇਹ ਅਸਲੀਅਤ ਗੱਲ ਹੈ, ਇਹ ਕੋਈ ਲੁਕੋ ਛਪੋ ਜਾਂ ਅਸੀਂ ਆਪਣੇ ਕੋਲ ਤੋਂ ਨਹੀਂ ਦੱਸ ਰਹੇ। ਇਹ ਜਿਹੜੀਆਂ ਗ੍ਰੰਥਾਂ, ਇਤਿਹਾਸਿਕ ਜਿਹੜੇ ਗ੍ਰੰਥਾਂ ਹੈ, ਉਹਨਾਂ ਵਿੱਚ ਵੀ ਇਹ ਪਾਇਆ ਜਾਂਦਾ। ਇਸ ਸਥਾਨ 'ਤੇ ਅਸੀਂ ਜਿਵੇਂ ਕਿ ਇਤਿਹਾਸ ਬਾਰੇ ਹੁਣ ਜਾਣੂ ਕਰਵਾ ਰਹੇ ਹਾਂ ਸਾਰਿਆਂ ਨੂੰ, ਸੰਗਤਾਂ ਨੂੰ। ਉੱਥੇ ਜਿੱਥੇ ਬਜ਼ੁਰਗ ਇਸ ਦੇ ਨਾਲ ਸਾਂਝ ਪਾ ਰਹੇ ਨੇ, ਉੱਥੇ ਨੌਜਵਾਨ ਜਿਹੜੇ ਵੀਰ ਹੈ ਸਾਡੇ, ਉਹਨਾਂ ਵੱਲੋਂ ਵੀ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਇਮਾਰਤ ਦੇ ਨਾਲ ਜਿਹੜੇ ਕਾਰੋਬਾਰ ਹੈ, ਜਿਵੇਂ ਕਿ ਸੇਵਾ ਜਿਹੜੀਆਂ ਉਹ ਕੀਤੀ ਜਾ ਰਹੀ ਹੈ। ਕੀ ਨਾਮ ਹੈ ਬਾਬਾ ਜੀ? ਮੇਰਾ ਨਾਮ ਜਗਮਨਦੀਪ ਸਿੰਘ ਪੜੀ ਹੈ ਜੀ। ਤੇ ਕਿਵੇਂ ਦੇਖਦੇ ਹੋ ਸਥਾਨ ਨੂੰ? ਕਾਫੀ ਚਿਰ ਤੋਂ ਇਹ ਜਿਹੜਾ ਸਥਾਨ ਹੈ ਉਹ ਅਲੋਪ ਹੋ ਚੁੱਕਿਆ ਸੀ, ਹੁਣੇ ਨਿਕਲ ਕੇ ਆਇਆ ਜੀ। ਅਸੀਂ ਵੀ ਵੀਡੀਓ ਇੱਕ ਸ਼ੇਅਰ ਕਰੀ ਆ ਵੀ ਸੰਗਤਾਂ ਉਰੇ ਪਹੁੰਚਣ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹ ਜਿਹੜਾ ਕਿਲ੍ਹਾ ਹੈਗਾ ਬੜਾ ਇਤਿਹਾਸਿਕ ਕਿਲ੍ਹਾ ਹੈ। ਤਕਰੀਬਨ 1000 ਸਾਲ ਪਹਿਲਾਂ ਬਣਿਆ ਸੀ ਇਹ, ਤੇ ਇੱਥੇ 5 ਪਾਤਸ਼ਾਹੀਆਂ ਆਈਆਂ ਨੇ, 4 ਵਾਰ ਗੁਰੂ ਗੋਬਿੰਦ ਸਿੰਘ ਜੀ ਆਏ ਨੇ, ਤੇ ਇਸ ਕਿਲ੍ਹੇ ਦੇ ਨਾਲ ਬਹੁਤ ਸਾਰੇ ਗੁਰੂ ਸਾਹਿਬਾਨਾਂ ਦਾ ਜਿਹੜਾ ਇਤਿਹਾਸ ਜੁੜਿਆ ਹੋਇਆ। ਪਰ ਅੱਜ ਜਦੋਂ ਦੇਸ਼ ਆਜ਼ਾਦ ਹੋ ਗਿਆ 1947 ਤੋਂ ਬਾਅਦ, ਅੱਜ ਸਾਡੇ ਜਿਹੜੇ ਪੂਰਨ ਤੌਰ 'ਤੇ ਸਿੱਖ ਭਾਈਚਾਰਾ ਉਹ ਇਸ ਜਗ੍ਹਾ ਦੇ ਦਰਸ਼ਨ ਨਹੀਂ ਕਰ ਚੁੱਕਿਆ। ਇਹ ਜਗ੍ਹਾ 70 ਸਾਲ ਤੋਂ ਜਿਹੜਾ ਕਿਸੇ ਦੇ ਕਬਜ਼ੇ ਦੇ ਵਿੱਚ ਸੀ, ਉਹ ਪਿਛਲੇ ਸਾਲ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਛੁਡਵਾਇਆ ਗਿਆ, ਤੇ ਅੱਜ 70 ਸਾਲ ਬਾਅਦ ਇਸ ਜਗ੍ਹਾ ਦੇ ਉੱਤੇ ਧਾਰਮਿਕ ਸਮਾਗਮ ਹੋ ਰਹੇ ਆ।
ਤੇ ਇੱਥੇ ਸਭਾ ਮਨਾਈ ਜਾ ਰਹੀ ਆ ਜੋ ਸਾਡੇ ਪਰਿਵਾਰ ਵਿਛੋੜੇ ਤੋਂ ਸ਼ੁਰੂ ਹੁੰਦੀ ਆ। ਜੋ ਅਸੀਂ ਸ਼ਹੀਦੀ ਦਿਨਾਂ ਵਜੋਂ ਅਸੀਂ ਮਨਾਉਂਦੇ ਆ, ਉਹ ਅਖੀਰ ਵਾਰ ਬੜੇ ਸਾਹਿਬਜ਼ਾਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਇਸ ਕਿਲੇ ਵਿੱਚ ਆਏ ਸੀ ਤੇ ਲੋਕ ਇਸ ਕਿਲੇ ਦੇ ਇਤਿਹਾਸ ਤੋਂ ਵਾਂਝੇ ਸੀ ਤੇ ਇਸ ਕਰਕੇ ਜਿਹੜੇ ਹੈਗਾ ਉਹ ਮਤਲਬ ਆਪਣੇ ਇਤਿਹਾਸ ਨਾਲ ਟੁੱਟੇ ਹੋਏ ਸੀ। ਪਰ ਅੱਜ ਜਿਹੜਾ ਹੈਗਾ ਆਜ਼ਾਦ ਹੋਣ ਤੋਂ ਬਾਅਦ ਇਹ ਕਿਲਾ ਜਿਹੜੀ ਸਿੱਖ ਸੰਗਤਾਂ ਆਸਾਨੀ ਨਾਲ ਇੱਥੇ ਕਿਲੇ 'ਚ ਆ ਕੇ ਦਰਸ਼ਨ ਕਰ ਰਹੀਆਂ ਨੇ, ਸਮਾਗਮ ਹੋ ਰਹੇ ਨੇ, ਲੰਗਰ ਪ੍ਰਸ਼ਾਦਾ ਚੱਲ ਰਿਹਾ ਹੈਗਾ ਤੇ ਲੋਕ ਇਸ ਜਗ੍ਹਾ ਨੂੰ ਦਰਸ਼ਨ ਕਰਕੇ ਆਪਣਾ ਜਿਹੜਾ ਹੈਗਾ ਲਾਭ ਪ੍ਰਾਪਤ ਕਰ ਰਹੇ ਨੇ। ਤੇ ਜਿਹੜੀਆਂ ਪੱਠਾ ਸਾਹਿਬ ਸੰਗਤਾਂ ਆ ਰਹੀਆਂ ਹੈ ਜਾਂ ਸਾਡੇ ਚੈਨਲ ਤੋਂ ਜਿਹੜੇ ਬੰਦੇ ਆ ਰਹੇ ਨੇ ਜਿਨ੍ਹਾਂ ਨੂੰ ਇੱਕ ਮਨ 'ਚ ਉਤਸ਼ਾਹ ਹੁੰਦੀ ਹੈ ਵੀ ਅਸੀਂ ਫੈਮਿਲੀ ਦੇ ਨਾਲ ਆਪਣੇ ਬੱਚਿਆਂ ਨੂੰ ਗੁਰੂ ਧਾਮਾਂ ਦੇ ਨਾਲ ਜੋੜੀਏ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਹ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਸੱਭਿਆਚਾਰ ਹੁੰਦਾ, ਇਤਿਹਾਸ ਹੁੰਦਾ, ਸਾਡੇ ਸਮਾਗਮ ਹੁੰਦੇ ਨੇ, ਇਹ ਸਾਡੇ ਵਿਰਸੇ ਦਾ ਹਿੱਸਾ ਹੁੰਦੇ ਨੇ ਤੇ ਇਹ ਜਿਹੜਾ ਹੈਗਾ ਸਾਡਾ ਜ਼ਿੰਦਗੀ ਦਾ ਪਾਰਟ ਨੇ, ਬਹੁਤ ਡੂੰਘਾ ਪਾਰਟ ਹੈਗੇ ਨੇ ਤੇ ਸਾਨੂੰ ਆਪਣੇ ਬੱਚਿਆਂ ਨੂੰ ਇਹਦੇ ਨਾਲ ਜੋੜਨਾ ਚਾਹੀਦਾ। ਜਿਹੜੇ ਪੱਠਾ ਸਾਹਿਬ ਸੰਗਤ ਜਾਂਦੀ ਹੈ, ਠੀਕ ਹੈ, ਉਹ ਇੱਕ ਸ਼ਰਧਾ ਜੁੜੀ ਹੈ, ਪਰ ਅਸਲੀ ਇਸ ਜਗ੍ਹਾ ਦਾ ਇਤਿਹਾਸ ਬੜਾ ਮਹੱਤਵਪੂਰਨ ਹੈ। ਇਹਨਾਂ ਧਾਰਮਿਕ ਸਮਾਗਮਾਂ 'ਤੇ ਜੇ ਬੱਚਿਆਂ ਨੂੰ ਲੈ ਕੇ ਜਾਈਏ, ਆਪਣੇ ਵਿਰਸੇ ਨਾਲ ਜੋੜੀਏ, ਲੋਕ ਆਪਣੇ ਗੁਰੂਆਂ ਨਾਲ ਜੋੜਨ, ਤਾਂ ਇਹਨਾਂ ਪ੍ਰੋਗਰਾਮਾਂ ਦਾ ਜਿਹੜਾ ਕਰਨਾ ਸਾਡੇ ਲਈ ਸਫਲ ਰਹੇਗਾ। ਧੰਨਵਾਦ ਜੀ। ਵਾਹਿਗੁਰੂ ਜੀ, ਤੁਸੀਂ ਦਰਸ਼ਨ ਕਰ ਰਹੇ ਹੋ ਉਹ ਸਥਾਨ ਪਾਵਨ ਸਥਾਨ ਜਿਹੜੇ ਗੁਰੂ ਮਹਾਰਾਜ ਦੀ ਜਿਹੜੀ ਸਵਾਰੀ ਦੇ ਨਾਲ ਇਸ ਕਮਰੇ ਦੇ ਵਿੱਚ ਵਿਰਾਜਮਾਨ ਹੈਗੇ ਤੇ ਤੁਸੀਂ ਇਸ ਕਮਰੇ ਦੀ ਜਿਹੜੀ ਬਨਾਵਟ ਹੈ ਦੇਖੋ ਉਵੇਂ ਦੀ ਹੀ, ਜੇ ਆਪਾਂ ਗੱਲ ਕਰੀਏ ਜਿਹੜੇ ਪੁਰਾਣੇ ਇੱਟਾਂ ਲੱਗੀਆਂ ਸੀ ਕਿਵੇਂ ਉਹਨਾਂ ਦੀ ਚੜਾਈ ਹੋ ਚੁੱਕੀ ਆ ਔਰ ਪੂਰੀ ਗਾਰੇ ਦੇ ਵਿੱਚ ਚੜਾਈ ਹੋ ਚੁੱਕੀ ਆ, ਉਹ ਗਿਰ ਰਹੀ ਆ। ਇਹ ਕਿਤੇ ਨਾ ਪ੍ਰਗਟਾਵਾ ਕਰ ਰਹੀ ਹੈ ਵੀ ਇਹ ਅਸਲੀ ਜਿਹੜੀ ਹੈਗੀ ਆ ਉਹ ਹਵੇਲੀ ਹੀ ਹੈ ਵੀ ਜਿਹਨੂੰ ਅਸੀਂ ਆਮ ਝੂਠੀ ਗੱਲਾਂ ਨਹੀਂ ਕਰ ਨਹੀਂ ਸਕਦੇ ਕਿਉਂਕਿ ਇਹ ਉਹ ਅਸਲੀਅਤ ਉਹ ਦਿਖਾਈ ਦੇ ਰਹੀ ਹੈ। ਬਾਬਾ ਜੀ ਤੁਸੀਂ ਕੁਝ ਦਿਖਾ ਰਹੇ ਸੀ ਸਾਨੂੰ, ਉਹ ਕੀ ਚੀਜ਼ ਹੈ ਜੀ? ਇਹ ਦਰਵਾਜ਼ਾ ਹੈ ਜੀ। ਮੈਂ ਖੁਦ ਹੈਰਾਨ ਹੋਈ ਜਾਂਦਾ ਤੇ ਹੁਣ ਵੀ ਹੈਰਾਨ ਹੈ ਤੇ ਹੈਰਾਨ ਹੀ ਹੁੰਦਾ ਰਵਾਂਗਾ ਕਿਉਂਕਿ ਜਿਹੜੀ ਦਿੱਖ ਹੈ ਨਾ ਇਹਦੇ ਉੱਤੇ ਚਵਾਰਾ ਹੈ ਜੀ। ਅੱਛਾ ਜੀ। ਇਹ ਚਵਾਰਾ ਆਹ ਲੱਕੜ ਹੈ ਜੀ, ਕੋਈ ਇਹਦੇ ਵਿੱਚ ਸਰੀਆ ਨਹੀਂ, ਕੋਈ ਸੀਮੈਂਟ ਨਹੀਂ ਹੈ। ਇਹ ਕਿਸ ਤਰ੍ਹਾਂ ਇੰਨਾ ਵਰਜਨ ਇਹਨੇ ਚੁੱਕਿਆ ਹੋਇਆ, ਕੋਈ ਬੈਂਡ ਨਹੀਂ ਪਿਆ। ਬਿਲਕੁਲ। ਤੇ ਇਹ ਦਰਵਾਜ਼ਾ ਜੀ ਪੁਰਾਣੀ ਦਿੱਖ, ਇਹਦੇ ਵਿੱਚ ਕੋਈ ਕਬਜ਼ਾ ਨਹੀਂ ਹੈ ਜੀ। ਆ ਉੱਤੇ ਲੱਕੜ ਦੇ ਵਿੱਚ ਫਸਾਈ ਹੋਈ ਹੈ ਜੀ ਤੇ ਮੋਰੀ ਕਰਕੇ ਤੇ ਹੇਠਾਂ ਹੈ ਜੀ ਗੋਲ ਲੱਕੜ ਕਰਕੇ ਬਿਲਕੁਲ ਆ ਦਿਖਾਇਓ ਜੀ। ਤੇ ਬੇਨਤੀ ਹੈ ਜੀ ਇਹ ਸੰਗਤਾਂ ਦੇ ਦਰਸ਼ਨ ਕਰਨ, ਇਹਦੇ ਵਿੱਚ ਫਸਾਇਆ ਹੋਇਆ ਹੈ, ਇਹ ਕੋਈ ਕਬਜ਼ਾ ਨਹੀਂ ਹੈ ਜੀ। ਕਿਹੜੇ ਮਿਸਤਰੀ ਨੇ ਜੀ ਉਹ, ਤੇ ਜਿਨ੍ਹਾਂ ਨੇ ਆਹ ਦਰਵਾਜ਼ਾ ਦੇਖੋ ਜੀ ਹੁਣ ਵੀ ਚੱਕ ਨਹੀਂ ਹੋ ਸਕਦਾ ਜੇ ਆਮ ਆਦਮੀ ਤੋਂ, ਤੇ ਕੋਈ ਇਹਦੇ ਵਿੱਚ ਬੈਂਡ ਨਹੀਂ, ਕੋਈ ਟੁੱਟਿਆ ਨਹੀਂ ਹੈ। ਤੇ ਉੱਤੇ ਕਲੋਜ਼ ਕਰਕੇ ਵਿਖਾਇਓ ਜੀ ਜਿਹੜੀ ਬਾਂਸ ਦੀ ਛੱਤ ਹੈ ਜੀ, ਉਹ ਛੱਤ ਸੇਮ ਦੀ ਸੇਮ ਹੈ, ਸੇਮ ਟੂ ਸੇਮ। ਤੇ ਇਸ ਦੇ ਉੱਤੇ ਕਿੰਨਾ ਵਜਨ ਹੈ ਚਵਾਰੇ ਦਾ ਵੀ, ਤੇ ਲੇਕਿਨ ਉਹ ਚਵਾਰਾ ਦੇ ਹੇਠ ਜਿਹੜੀ ਇਹ ਸੇਫ ਛੱਤ ਹੈ ਤੇ ਉਹਨੂੰ ਵੇਖ ਕਰਕੇ ਇਹ ਜਿੱਥੇ ਸੇਵਾ ਕੀਤੀ ਹੈ ਉਹਨੂੰ ਜ਼ਿਆਦਾ ਹੋਰ ਮਨ ਆਕਰਸ਼ਿਤ ਹੁੰਦਾ ਕਿ ਜਿਹੜੀ ਸੇਵਾ ਕਰਦੇ ਨਾ, ਸੇਵਾ ਦੇ ਵਿੱਚ ਸ਼ਕਤੀ ਹੈ, ਸ਼ਕਤੀ ਦੇ ਵਿੱਚ ਭਗਤੀ ਹੈ, ਭਗਤੀ ਦੇ ਵਿੱਚ ਬੰਦਗੀ ਹੈ, ਬੰਦਗੀ ਦੇ ਵਿੱਚ ਇੱਕ ਸਕੂਨ, ਇੱਕ ਆਨੰਦ, ਇੱਕ ਸਹਿਜ, ਇੱਕ ਸ਼ਾਂਤੀ ਇਹ ਮਿਲਦੀ ਹੈ ਜ਼ਰੂਰ। ਤਾਂ ਹੀ ਕਰ ਬੰਦੇ ਤੂੰ ਬੰਦਗੀ ਜਿੱਚਰ ਕੱਟ ਮੈਂ ਸਾਹ, ਜਿੰਨਾ ਚਿਰ ਸਾਹ ਚੱਲਦੇ ਨੇ ਉਹਨਾਂ ਚਿਰ ਬੰਦਗੀ ਕਰ। ਇਹ ਆਪ ਜੀ ਉਹ ਦੇਖੋ ਜੀ ਇੱਕ ਕਮੰਡਲ ਹੈ ਜੀ, ਤੇ ਉਹ ਵੀ ਉਹ ਸੇਮ ਦਾ ਸੇਮ ਹੈ, ਬਿਲਕੁਲ ਜੰਗ ਨੇ ਖਾ ਲਿਆ ਜੀ, ਸਮੇਂ ਜ਼ਿਆਦਾ ਹੋ ਗਿਆ ਜੀ। ਤੇ ਲੇਕਿਨ ਜੇਕਰ ਇਹ ਪੁਰਾਣੀਆਂ ਦਿੱਖਾਂ ਦੇਖਣ ਕੇ ਸਕੂਨ ਮਿਲਦਾ। ਇੱਕ ਮੈਂ ਹੋਰ ਆਪ ਜੀ ਨੂੰ ਬੇਨਤੀ ਕਰਾਂ, ਜੇ ਸਾਡੇ 100 ਕੁ ਸਾਲ ਨਾ ਲੰਘ ਜਾਣ ਤੇ ਇੱਕ ਲੈਂਟਰ ਪਾਇਆ ਹੋਵੇ ਬੜਾ ਕੀਮਤੀ, ਉਹਦੇ ਦਰਵਾਜ਼ੇ ਨਾ ਖੁੱਲ੍ਹਣ ਤੇ ਉਹ ਹੈ ਤੇ ਉਹ ਲੈਂਟਰ ਦਾ ਕੀ ਹਾਲ ਹੁੰਦਾ, ਉਹ ਵੀ ਡਿੱਗ ਪੈਂਦਾ। ਤੇ ਲੇਕਿਨ ਇਹ 350 ਸਾਲ ਤਾਂ ਵੈਸੇ ਉਸ ਤੋਂ ਪਹਿਲਾਂ ਕਿੰਨਾ ਸਮਾਂ ਹੋਏਗਾ ਜਦੋਂ ਹਵੇਲੀ ਬਣੀ ਹੈ, ਤੇ ਫਿਰ ਵੀ ਉੱਦਾਂ ਸੇਮ ਹੁਣ ਪਤਾ ਨਹੀਂ ਕਿੰਨਾ ਚਿਰ ਖੇਲਣੀ, ਕਿਉਂਕਿ ਦਿੱਖ ਇਹਦੀ ਬਦਲੀ ਨਹੀਂ ਕਰਨੀ। ਇਹਨੂੰ ਜਿਹੜੀ ਅੱਜ ਕੱਲ੍ਹ ਬਹੁਤ ਇੰਜੀਨੀਅਰ ਇੱਦਾਂ ਆ ਗਏ ਵੀ ਇਸੇ ਨੂੰ ਰਿਪੇਅਰ ਕੀਤਾ ਜਾਵੇ, ਲੇਕਿਨ ਇਹਦੀ ਜਿਹੜੀ ਇੱਟ ਹੈ, ਇਹਦੀ ਦਿੱਖ ਹੈ ਪੁਰਾਣੀ ਹੀ ਰਵੇ। ਤੇ ਲੇਕਿਨ ਇਹਨੂੰ ਦਿੱਖ ਸੰਗਤਾਂ ਦੇ ਵਾਸਤੇ ਵਧੀਆ ਇੱਦਾਂ ਹੀ ਚੱਲਣ, 100 ਸਾਲ ਹੋ ਜਿੰਨੇ ਵੀ ਸੰਗਤਾਂ ਦਰਸ਼ਨ ਕਰਨ ਇੱਦਾਂ ਹੀ ਪੁਰਾਣੀ ਦਰਸ਼ਨ ਕਰਨ ਇਸ ਅਸਥਾਨ ਦੇ ਜਿੱਥੇ ਬੰਦਗੀ। ਤੇ ਜੇ ਆਪਾਂ ਦੁਬਾਰੇ ਦਰਸ਼ਕਾਂ ਨੂੰ ਫੇਰ ਦੱਸ ਦਈਏ ਜੀ ਇਹ ਉਹੀ ਕਮਰਾ ਹੈ? ਹਾਂਜੀ, ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੀ। ਇਹ ਹੈ ਜੀ ਦਰਵਾਜ਼ਾ, ਇਸ ਤਰ੍ਹਾਂ ਇੱਧਰੋਂ ਬੰਦ ਇਹ ਦਰਵਾਜ਼ਾ, ਜੇ ਦਰਵਾਜ਼ਾ ਆ ਕੇ ਖੜਕਾਇਆ ਕਿ ਇਹ ਦਰਵਾਜ਼ੇ ਸਾਰੀ ਹਵੇਲੀ ਦੀ ਤਲਾਸ਼ੀ ਜਦੋਂ ਲੈ ਲਈ ਨਾ, ਤੇ ਇਹ ਉਹ ਦਰਵਾਜ਼ਾ ਬਾਹਰੋਂ ਜਦੋਂ ਖੜਕਾਇਆ, ਇਹ ਮੁਗਲਾਂ ਨੇ ਆ ਕਰਕੇ ਵੀ ਸਾਡੇ ਇਹ ਦਰਵਾਜ਼ੇ ਦੀ ਤਲਾਸ਼ੀ ਕਰਾਓ। ਤੇ ਜਦੋਂ ਨਿਹੰਗ ਖਾਨ ਦੇ ਪਿਤਾ ਨੇ ਬੀਬੀ ਮੁਮਤਾਜ਼ ਦੇ ਅੱਬੂ ਨੇ ਆਖਿਆ ਕਿ ਇਹ ਮੇਰਾ ਧੀ ਤੇ ਜਵਾਈ ਇਸ ਦੇ ਵਿੱਚ ਆਰਾਮ ਕਰ ਰਹੀ, ਇਸ ਕਰਕੇ ਮੈਂ ਇਸ ਕਮਰੇ ਦੀ ਤਲਾਸ਼ੀ ਤੁਹਾਨੂੰ ਨਹੀਂ ਕਰਾ ਸਕਦਾ। ਤੇ ਕਿਉਂਕਿ ਧਰਮੀ ਪੱਕੇ ਹੈ, ਬੇਸ਼ੱਕ ਉਹ ਇਸਲਾਮ ਧਰਮ ਸੀ, ਉਹਨਾਂ ਨੇ ਯਕੀਨ ਕੀਤਾ। ਉਹ ਕਹਿੰਦੇ ਸਾਨੂੰ ਵਿਸ਼ਵਾਸ ਦਿਲਾਓ। ਤੇ ਉਹਨਾਂ ਨੇ ਆਖਿਆ ਬੇਟੀ ਕੀ ਕਰ ਰਹੇ ਨੇ ਜਵਾਈ? ਉਹ ਕਹਿੰਦੇ ਵਿਸ਼ਰਾਮ ਕਰ ਰਹੇ ਨੇ ਅੱਬੂ,
ਜੋ ਮਹਿਮਾਨ ਨੇ ਉਹ ਵਿਸ਼ਰਾਮ ਕਰ ਰਹੇ, ਉਹ ਜਦੋਂ ਇਹ ਆਵਾਜ਼ ਸੁਣੀ ਉਹ ਵਿਸ਼ਵਾਸ ਕਰਕੇ ਚਲੇ ਗਏ ਨੇ। ਇਸ ਕਰਕੇ ਉਹ ਫਿਰ ਉਹਨਾਂ ਨੇ ਅੱਗੇ ਜਾ ਕਰਕੇ ਬੜੀ ਸਾਹਿਬ ਵਿਖੇ ਬੰਦਗੀ ਕੀਤੀ, ਭਗਤੀ ਕੀਤੀ। ਉੱਥੇ ਇੱਥੋਂ ਨਗਰ ਕੀਰਤਨ ਭੱਠਾ ਸ੍ਰੀ ਭੱਠਾ ਸਾਹਿਬ ਤੋਂ ਜਾ ਕਰਕੇ ਹਰ ਸਾਲ ਹੁਣ 7 ਤਰੀਕ ਨੂੰ ਹੈ, ਹਰ ਸਾਲ ਉੱਥੇ ਸਮਾਪਤੀ ਹੁੰਦੀ ਹੈ। ਸੰਗਤਾਂ ਘਾਟ ਦੀਆਂ ਸੰਗਤਾਂ ਬੜੀਆਂ ਲਾਹਾ ਪ੍ਰਾਪਤ ਕਰਦੀਆਂ ਸੇਵਾ ਕਰਕੇ। ਇਹ ਉਹ ਸਥਾਨ ਹੈ ਜੀ, ਉਹ ਕਮਰਾ ਜਿੱਥੇ ਬੰਦਗੀ ਜਿੱਥੇ ਉਹਨਾਂ ਨੇ ਸੇਵਾ ਕੀਤੀ ਹੈ ਭਾਈ ਬਚਿੱਤਰ ਸਿੰਘ ਜੀ ਦੀ, ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦੀ। ਅੱਖਾਂ ਦੇ ਵਿੱਚ ਇੱਕ ਅਲੱਗ ਜਿਹੀ ਜਿਹੜੀ ਹੈ ਇੱਕ ਨਰਮਾਪਣ ਜਿਹੜਾ ਉਹ ਆ ਜਾਂਦਾ ਹੈ, ਕਿਉਂਕਿ ਇੰਨੇ ਸਾਲਾਂ ਤੋਂ ਬਾਅਦ ਵੀ ਜਿਹੜੀ ਸਾਡੀਆਂ ਕੌਮਾਂ ਹੈਗੀਆਂ, ਵੱਡੇ ਵੱਡੇ ਗੁਰਦੁਆਰੇ, ਇਮਾਰਤਾਂ ਜਿਹੜੀਆਂ ਵੱਡੀਆਂ ਵੱਡੀਆਂ ਇਮਾਰਤਾਂ ਜਿਹੜੀਆਂ ਬਣ ਰਹੀਆਂ ਨੇ, ਲੇਕਿਨ ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਵੀ ਇਸ ਸਥਾਨ ਦੇ ਹੁਣ ਜਿੱਥੇ ਇੱਕ ਗੁਰੂ ਮਹਾਰਾਜ ਇੱਕ ਵਾਰ ਜਾ ਕੇ ਆ ਚੁੱਕੇ ਨੇ, ਉਹਨਾਂ ਦੀ ਜਿਹੜੀਆਂ ਗੁਰਦੁਆਰਾ ਸਾਹਿਬ ਦੀ ਬਿਲਡਿੰਗਾਂ ਤੁਸੀਂ ਨੈੱਟਾਂ 'ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਵੱਡੇ ਸਮਾਗਮ ਜਿਹੜੇ ਮਨਾਏ ਜਾਂਦੇ ਆ, ਇਸ ਸਥਾਨ ਦੇ ਉੱਤੇ ਜਿੱਥੇ 4 ਵਾਰ ਗੁਰੂ ਗੋਬਿੰਦ ਸਿੰਘ ਜੀ ਆ ਚੁੱਕੇ ਨੇ, ਇਹ ਅੱਜ ਉਹ ਅਸੀਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਾਂ ਵੀ ਅਸੀਂ ਉਹ ਸਥਾਨ ਦੇ ਉੱਤੇ ਅਸੀਂ ਅੱਜ ਦਰਸ਼ਨ ਕਰ ਰਹੇ ਹਾਂ, ਉਸ ਸਥਾਨ ਦੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ, ਮਾਤਾ ਮੁਮਤਾਜ਼ ਕੌਰ ਜੀ ਅਤੇ ਉਹਨਾਂ ਦੇ ਜਿਹੜੇ 5 ਪਾਤਸ਼ਾਹੀਆਂ ਜਿਹੜੀਆਂ ਉਹ ਵੀ ਆ ਚੁੱਕੀਆਂ ਹਨ। ਅਤੇ ਅਸੀਂ ਫਿਰ ਦੁਬਾਰੇ ਅਪੀਲ ਕਰਾਂਗੇ ਸਾਰੀਆਂ ਸੰਗਤਾਂ ਨੂੰ ਵੀ ਜਿੱਥੇ ਤੁਸੀਂ ਭੱਠਾ ਸਾਹਿਬ ਦੇ ਵਿੱਚ ਇਸ ਵੱਡੇ ਕੁੰਭ ਦੇ ਵਿੱਚ 17, 18, 19 ਦੇ ਜਿਹੜੇ ਸ਼ਹੀਦੀ ਸਮਾਗਮ ਹੈ ਉੱਥੇ ਆ ਰਹੇ ਹੋ, ਉੱਥੇ ਵੀ ਤੁਸੀਂ ਉਰੇ ਪਹੁੰਚ ਕੇ, ਜਿੱਥੇ ਕਿ ਮੈਂ ਕਿਸਮਤ ਵਾਲੇ ਕਹਾਂਗਾ ਜਿਹੜੇ ਉਰੇ ਆਉਂਗੇ ਅਤੇ ਉਹਨਾਂ ਦੀ ਬਹੁਤ ਹੀ ਗੁਰੂ ਮਹਾਰਾਜ ਆਪ ਬਾਂਹ ਫੜ ਕੇ ਬੁਲਾਉਣਗੇ ਉਹਨਾਂ ਨੂੰ, ਜਿਨ੍ਹਾਂ ਨੂੰ ਉਰੇ ਜਿਹੜੇ ਦਰਸ਼ਨ ਕਰਨ ਵਾਸਤੇ ਆਓ। ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ, ਉਹਨਾਂ ਨੂੰ ਦਿਖਾਓ ਕਿਵੇਂ ਜਿਹੜੀਆਂ ਸਾਡੀਆਂ ਪੁਰਾਣੀਆਂ ਰਵਾਇਤਾਂ ਸੀ, ਕਿਵੇਂ ਇਹ ਜਿਹੜੀ ਹੈ ਹਵੇਲੀ ਹੈਗੀ ਆ, ਤੁਸੀਂ ਇਹਦੀਆਂ ਕਿੱਡੀਆਂ ਕਿੱਡੀਆਂ ਚੌੜੀਆਂ ਕੰਧਾਂ ਦੇਖੋ। ਅਸੀਂ ਦਿਖਾਵਾਂਗੇ ਤੁਹਾਨੂੰ, ਜੇ ਆਪਾਂ ਗੱਲ ਕਰੀਏ ਇਹਦੀਆਂ ਉੱਦਾਂ ਦੀ ਹੀ ਜਿਹੜੀ ਬਨਾਵਟ ਹੈਗੀ ਆ, ਜਿਹੜੀ ਚਨਾਈ ਹੈਗੀ ਆ, ਇਹ ਲਪਾਈ ਦੀ ਜਿਹੜੀ ਚਨਾਈ ਹੈ ਜੀ ਕਿ ਗਾਰੇ ਦੀ ਪਹਿਲਾਂ ਚਨਾਈ ਹੋਇਆ ਕਰਦੀ ਸੀ, ਔਰ ਜਿਹੜੀ ਛੱਤ ਦੀ, ਜਿਵੇਂ ਕਿ ਬਾਬਾ ਜੀ ਨੇ ਦੱਸਿਆ ਵੀ ਸਾਡੀ ਵੀ ਕਾਫੀ ਉਮਰ ਹੋ ਚੁੱਕੀ ਆ, ਅਸੀਂ ਬਜ਼ੁਰਗਾਂ ਤੋਂ ਸੁਣਿਆ ਵੀ ਹੈਗਾ, ਕਿਉਂਕਿ ਜਿਹੜੇ ਟੈਲਾਂ ਜਿਹੜੀਆਂ ਲੱਗਦੀਆਂ ਸੀ ਜਾਂ ਬਾਲੇ ਪਾਏ ਜਾਂਦੇ ਸੀ, ਉਹ ਬਾਲੇ ਦੇ ਉੱਪਰ ਇੱਕ ਟੈਲ ਰੱਖੀ ਜਾਂਦੀ ਸੀ, ਉਹਦੇ ਉੱਪਰ ਮਿੱਟੀ ਪਾਈ ਜਾਂਦੀ ਸੀ, ਪਰ ਲੇਕਿਨ ਇਹ ਜਿਹੜੀ ਅਲੱਗ ਇੱਕ ਛੱਤ ਹੈ ਉਹ ਦਿਖਾਈ ਦੇ ਰਹੀ ਹੈ। ਇਸ ਤੋਂ ਉੱਪਰ ਚਵਾਰਾ ਵੀ ਹੈਗਾ। ਇਹ ਪੂਰੀ ਜਿਹੜੀ ਹਵੇਲੀ ਹੈ ਤਕਰੀਬਨ ਸਾਰੀ ਖੰਡਰ ਦੀ ਤਾਦਾਦ ਦੇ ਉੱਤੇ ਹੋ ਚੁੱਕੀ, ਲੇਕਿਨ ਇਹ ਉਹ ਪਾਵਨ ਅਸਥਾਨ, ਪਾਵਨ ਕਮਰਾ ਹੈਗਾ ਜਿੱਥੇ ਉਹ ਬਿਲਕੁਲ ਉਵੇਂ ਜਿਹੜੀ ਹੈ ਇਹ ਹੈਗੀ ਆ। ਅਸੀਂ ਸਾਰਿਆਂ ਨੂੰ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਿੱਖ ਸੰਗਤਾਂ ਹੈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਜਿੱਥੇ ਤੁਸੀਂ ਹੋਰ ਸਥਾਨਾਂ ਦੇ ਦਰਸ਼ਨ ਕਰਦੇ ਆ, ਇਸ ਸਥਾਨ 'ਤੇ ਜ਼ਰੂਰ ਪਹੁੰਚੋ, ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਉਰੇ 4 ਵਾਰ ਜਿਹੜੇ ਉਰੇ ਆ ਚੁੱਕੇ ਨੇ। ਇੱਕ ਮੈਂ ਹੋਰ ਕਰਦੇ ਹਾਂ ਜੀ ਬੇਨਤੀ ਆਪ ਜੀ ਦੇ ਨਾਲ, ਜਿੱਦਾਂ ਤੁਸੀਂ ਆਖਿਆ ਨਾ, ਕਿਉਂਕਿ ਤੁਹਾਡੀ ਉਮਰ ਥੋੜ੍ਹੀ ਛੋਟੀ ਹੈ, ਅਸੀਂ ਥੋੜ੍ਹੇ ਜਿਹੇ ਹੋਰ ਤੋਂ ਦੇਖਿਆ, ਤੁਸੀਂ ਇੱਟਾਂ ਤੱਕ ਦੇਖੀ, ਇੱਟਾਂ ਬਾਲੇ। ਅਸੀਂ ਉਸ ਤੋਂ ਪਹਿਲਾਂ ਸਰਕੜਾ ਹੁੰਦਾ ਸੀ, ਖੜ ਹੁੰਦੀ ਸੀ ਜਿਹੜੀ ਪੰਜਾਬੀ 'ਚ ਖੜ, ਠੇਠ ਪੰਜਾਬੀ 'ਚ ਖੜ ਕਹਿੰਦੇ, ਫਿਰ ਸਰਕੜਾ, ਅਤੇ ਉਹ ਕਾਂਧੇ ਪਾਏ ਜਾਂਦੇ ਸੀ, ਲੇਕਿਨ ਬਾਂਸ ਅਸੀਂ ਵੀ ਨਹੀਂ ਦੇਖਿਆ। ਇਹ ਸਾਤੋਂ ਜਿਹੜੇ ਲੰਬੇਰੇ ਵੱਡੇ ਹੋਣਗੇ ਉਹਨਾਂ ਨੇ ਇਹ ਬਾਂਸ ਦੇਖੇ ਹੋਣਗੇ, ਪਹਿਲਾਂ ਬਾਂਸ ਪਾਏ ਜਾਂਦੇ, ਬਾਂਸ ਦੇ ਉੱਤੇ ਹੇਠਾਂ ਬਾਲੇ, ਫਿਰ ਹੇਠਾਂ ਸਤੀਰੀਆਂ। ਅਤੇ ਇੱਕ ਮੈਂ ਬੇਨਤੀ ਕਰਾਂ ਕੈਮਰਾਮੈਨ ਨੂੰ, ਅਤੇ ਉਹ ਜਿਹੜਾ ਰੋਸ਼ਨਦਾਨ ਉਹ ਵਿਖਾਓ ਜੀ। ਰੋਸ਼ਨਦਾਨ ਤੋਂ ਪਤਾ ਲੱਗ ਜਾਂਦਾ ਵੀ ਕਿੰਨੇ ਅੰਦਰ ਬਾਹਰੋਂ ਐਂ ਲੱਗਦਾ ਵੀ ਜਿੱਦਾਂ ਇਹ ਇੱਕ ਬਿਲਕੁਲ ਛੋਟਾ ਜਿਹਾ ਲੱਗਦਾ, ਅੰਦਰੋਂ ਦੇਖੋ ਇੱਕ ਸੁਰੰਗ ਦੀ ਤਰ੍ਹਾਂ, ਜਿੱਦਾਂ ਇਹ ਕਵਰ ਕਰਨ ਵਾਸਤੇ ਜਿੱਦਾਂ ਬਾਹਰ ਮੋਰਚੇ ਲਗਾਏ ਨਾ, ਉਹੀ ਜਾਣੇ ਜਿਨ੍ਹਾਂ ਨੇ ਬਣਾਏ, ਮਿਸਤਰੀਆਂ ਨੇ ਜਾਂ ਪਾਤਸ਼ਾਹ ਜੀ ਜਿਹੜੇ ਰਹੇ ਨੇ। ਇੱਥੋਂ ਦਿਸੇਗੀ ਦੇਖ, ਅਤੇ ਜਿਹੜਾ ਰੋਸ਼ਨਦਾਨ ਆ ਉਹਨੂੰ ਵਿਖਾਓ, ਅਤੇ ਕਿੰਨੀ ਚੌੜੀ ਹੈ, ਛੋਟੀ ਛੋਟੀ ਕੰਧ ਹੋਵੇ, ਕਿੰਨੀ ਮਿਹਨਤ ਦੇ ਨਾਲ ਇਹਨੂੰ ਬਣਾਇਆ ਹੋ, ਜਿੰਨੀ ਮਿਹਨਤ ਦੇ ਨਾਲ ਬਣਾਇਆ ਅਤੇ ਉਨੀ ਅੱਗੇ ਇਹ ਚੱਲ ਰਹੀ ਹੈ ਬਿਲਡਿੰਗ। ਅਤੇ ਬਾਕੀ ਸਤਿਗੁਰਾਂ ਦੀ ਜਿਹੜੀ ਅਪਾਰ ਬਖਸ਼ਿਸ਼ ਹੈ ਜਿਹਦੇ ਨਾਲ ਇਹ ਉਵੇਂ ਦਾ ਉਵੇਂ ਹੀ ਖੜਾ ਕੇ ਹੁਣੇ ਬਣਿਆ ਹੋਏਗਾ ਇਹ। ਹਾਂਜੀ, ਬੇਨਤੀ ਜਿੱਦਾਂ ਆਪ ਜੀ ਨੇ ਕੀਤੀ ਹੈ ਜੀ, ਅਤੇ ਬਹੁਤ ਵਧੀਆ ਬੇਨਤੀ ਕੀਤੀ। ਇਹੋ ਜਿਹੇ ਇਤਿਹਾਸਕ ਸਥਾਨਾਂ ਨੂੰ ਸਾਂਭਣ ਦੀ ਜ਼ਰੂਰਤ ਹੈ। ਸੰਗਤਾਂ ਤੇ ਜੇ ਚਾਹਣ ਤਾਂ ਸੰਖਮਰਮਰ ਉਹਦੇ 'ਚ ਮੜ ਜਾਂਦੀਆਂ ਨੇ, ਲੇਕਿਨ ਉਹਨਾਂ ਨੂੰ ਉਹ ਸਕੂਨ ਨਹੀਂ ਮਿਲਦਾ ਜਿਹੜਾ ਪੁਰਾਤਨ ਆਪਾਂ ਦੇਖਿਆ। ਇਹਨੂੰ ਕਿਸ ਤਰੀਕੇ ਦੇ ਨਾਲ ਕਰਨਾ, ਉਹ ਸਤਿਗੁਰੂ ਜੀ ਆਸ਼ੀਰਵਾਦ ਦੇ ਕਰਕੇ ਆਪਣੇ ਸੇਵਕ, ਆਪਣੇ ਸੰਗਤਾਂ ਦੇ ਕੋਲੋਂ ਆਪ ਹੀ ਸੇਵਾ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਜੀ, ਸਟਾਰ ਟੀਮ ਦੇ ਨਾਲ ਕਿਰਪਾਲ ਸਿੰਘ ਲੋਗੜ।